ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਮੀਤ ਸਿੰਘ ਚੌਧਰੀ। ਵੀਰਵਾਰ ਨੂੰ ਰੇਲ ਮੰਤਰੀ ਦੇ ਵੱਲੋਂ ਪੇਸ਼ ਕੀਤਾ ਗਿਆ ਦੇਸ਼ ਦਾ ਰੇਲ ਬਜਟ। ਇਸ ਵਾਰ ਦੇ ਰੇਲ ਬਜਟ ਦੇ ਵਿੱਚ ਦੋ ਚੀਜ਼ਾਂ ਖਾਸ ਸਨ। ਪਹਿਲੀ ਚੀਜ਼ ਖਾਸ ਇਹ ਸੀ ਕਿ ਆਮ ਤੌਰ ਤੇ ਰੇਲ ਮੰਤਰੀ ਜਿਹੜੇ ਵੀ ਸੂਬੇ ਦੇ ਨਾਲ ਤਾਲੁਕ ਰੱਖਦੇ ਸਨ ਤਾਂ ਉਮੀਦ ਇਹ ਕੀਤੀ ਜਾਂਦੀ ਸੀ ਕਿ ਉਸੇ ਸੂਬੇ ਨੂੰ ਜ਼ਿਆਦਾ ਟ੍ਰੇਨਸ ਮਿਲਣਗੀਆਂ। ਇਹ ਕੰਪੀਟੀਸ਼ਨ ਇਸ ਵਾਰ ਦੇ ਬਜਟ ਦੇ ਵਿੱਚ ਨਜ਼ਰ ਨਹੀਂ ਆਇਆ। ਦੂਜੀ ਗੱਲ ਇਹ ਖਾਸ ਰਹੀ ਕਿ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਦੇ ਉੱਤੇ ਕਾਫੀ ਜ਼ੋਰ ਦਿੱਤਾ ਗਿਆ। ਤੇ ਸ਼ੁਰੂਆਤ ਕਰਦੇ ਹਾਂ ਸਾਡੀ ਇਸ ਖਾਸ ਪੇਸ਼ਕਸ਼ ਦੇ ਨਾਲ ਪ੍ਰਭੂ ਦਾ ਪਿਟਾਰਾ। रेल बजट ਦੇ ਵਿੱਚ ਇਸ ਵਾਰ ਕੀ ਹਾਈਲਾਈਟਸ ਰਹੀਆਂ ਇਹ ਤੁਹਾਨੂੰ ਦੱਸਦੇ ਹਾਂ। ਦਰਅਸਲ ਇਸ ਵਾਰ ਰੇਲ ਬਜਟ ਦੇ ਵਿੱਚ ਖਾਸ ਤੌਰ ਤੇ ਬੇਸਿਕ ਐਮੈਨਿਟੀਜ਼ ਰੇਲਵੇ ਸਟੇਸ਼ਨ ਅਤੇ ਟ੍ਰੇਨ ਦੇ ਵਿੱਚ ਪ੍ਰੋਵਾਈਡ ਕੀਤੀਆਂ ਜਾਣ, ਇਸ ਨੂੰ ਲੈ ਕੇ ਖਾਸ ਜ਼ੋਰ ਦਿੱਤਾ ਗਿਆ ਰੇਲ ਮੰਤਰੀ ਦੇ ਵੱਲੋਂ। ਖਾਸ ਤੌਰ ਤੇ ਵੈਕਿਊਮ ਟਾਇਲਟ ਡਿਬਰੂਗੜ੍ਹ ਰਾਜਧਾਨੀ ਦੇ ਵਿੱਚ ਬਣਾਇਆ ਜਾਏਗਾ ਤੇ ਨਾਲ ਹੀ ਮੇਕ ਇਨ ਇੰਡੀਆ ਦੇ ਤਹਿਤ 4000 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ। ਇਸ ਦੇ ਨਾਲ ਹੀ 65000 ਐਡੀਸ਼ਨਲ ਬਰਥ ਟ੍ਰੇਨਾਂ ਦੇ ਵਿੱਚ ਲੱਗਣਗੇ, ਯਾਨੀ ਕਿ ਟ੍ਰੇਨਸ ਦੀ ਸੰਖਿਆ ਉਨੀ ਹੀ ਰਹੇਗੀ ਮਗਰ ਐਡੀਸ਼ਨਲ ਬਰਥ ਚਲਾਏ ਜਾਣਗੇ ਤੇ ਜਨਰਲ ਬਰਥ ਦੇ ਵਿੱਚ ਮੋਬਾਈਲ ਚਾਰਜਿੰਗ ਪੁਆਇੰਟ ਲਗਾਇਆ ਜਾਏਗਾ। ਇੱਕ ਬੇਸਿਕ ਜੀ ਚੀਜ਼ ਹੈ। ਇਸ ਦੇ ਨਾਲ ਹੀ 17000 ਬਾਇਓ ਟਾਇਲਟ, 2500 ਆਟੋਮੈਟਿਕ ਵਾਟਰ ਵੈਂਡਿੰਗ ਮਸ਼ੀਨ ਲਾਈਆਂ ਜਾਣਗੀਆਂ ਤੇ 2 ਸਾਲ ਦੇ ਵਿੱਚ 400 ਸਟੇਸ਼ਨਾਂ ਦੇ ਵਿੱਚ ਵਾਈਫਾਈ ਉਹਨਾਂ ਨੂੰ ਕੀਤਾ ਜਾਏਗਾ, ਵਾਈਫਾਈ ਫੈਸਿਲਿਟੀ ਮੁਹੱਈਆ ਕਰਵਾਈ ਜਾਏਗੀ। ਕੁੱਲ ਮਿਲਾ ਕੇ ਲੋਕਾਂ ਨੂੰ ਇੱਕ ਅਜਿਹਾ ਮਾਹੌਲ, ਇੱਕ ਅਜਿਹੇ ਰੇਲਵੇ ਸਟੇਸ਼ਨ, ਇੱਕ ਅਜਿਹੀ ਰੇਲਵੇ ਦੀ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਆਮ ਤੌਰ ਤੇ ਵੈਸਟਰਨ ਕੰਟਰੀਜ਼ ਦੇ ਵਿੱਚ ਵੇਖੀ ਜਾਂਦੀ ਹੈ ਤੇ ਇੱਕ ਵਿਕਸਿਤ ਰੇਲਵੇ ਬਣਾਉਣ ਦਾ ਵਾਅਦਾ ਰੇਲ ਮੰਤਰੀ ਸੁਰੇਸ਼ ਪ੍ਰਭੂ ਦੇ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ 311 ਸਟੇਸ਼ਨਾਂ ਤੇ ਸੀਸੀਟੀਵੀ ਦੀ ਗੱਲ ਵੀ ਆਖੀ ਗਈ। ਕੁੱਲ ਮਿਲਾ ਕੇ ਲੋਕਾਂ ਦੇ ਲਈ ਇੱਕ ਅਜਿਹਾ ਬਜਟ ਬਣਾਇਆ ਗਿਆ ਜਿਸ ਦੇ ਵਿੱਚ ਵਾਅਦੇ ਤਾਂ ਕੀਤੇ ਗਏ ਮਗਰ ਅਜਿਹੇ ਵਾਅਦੇ, ਅਜਿਹੇ ਸੁਪਨੇ ਕੀਤੇ ਗਏ, ਅਜਿਹੇ ਸੁਪਨੇ ਵਿਖਾਏ ਗਏ ਜੋ ਕਿ ਛੇਤੀ ਪੂਰੇ ਹੋ ਸਕਦੇ ਨੇ। एनडीए सरकार ਦਾ ਰੇਲ ਬਜਟ ਰੇਲ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਪੇਸ਼ ਕੀਤਾ ਗਿਆ। ਵੀਰਵਾਰ ਉਹ 11:30 ਵਜੇ ਸੰਸਦ ਵਿੱਚ ਪਹੁੰਚੇ। ਇਸ ਤੋਂ ਪਹਿਲਾਂ ਉਹਨਾਂ ਰੇਲ ਭਵਨ ਵਿੱਚ ਕਿਹਾ ਕਿ ਸਾਲ 2020 ਤੱਕ ਟਿਕਟਿੰਗ ਦੇ ਸਿਸਟਮ ਨੂੰ ਹੋਰ ਬਿਹਤਰ ਕੀਤਾ ਜਾਏਗਾ। ਦੂਜਾ ਰੇਲ ਬਜਟ ਪੇਸ਼ ਕਰਦਿਆਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਨਾਗਰਿਕਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਤੇ ਕਿਹਾ ਕਿ ਮਿਲ ਕੇ ਕੁਝ ਨਵਾਂ ਕਰਨ ਦੀ ਲੋੜ ਹੈ। ਉਹਨਾਂ ਸਾਬਕਾ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਉੱਘੇ ਨੇਤਾ ਅਟਲ ਬਿਹਾਰੀ ਵਾਜਪੇਈ ਦੀ ਇੱਕ ਕਵਿਤਾ ਹਮ ਨਾ ਰੁਕੇਂਗੇ ਹਮ ਨਾ ਝੁਕੇਂਗੇ ਇਹ ਸਤਰਾਂ ਦੁਹਰਾਉਂਦਿਆਂ ਹੋਇਆਂ ਰੇਲਵੇ ਬਜਟ ਦੀ ਸ਼ੁਰੂਆਤ ਕੀਤੀ। आती है आए, हम न रुकेंगे हम न रुकेंगे, आघातों की क्या चिंता है, हम न झुकेंगे हम न झुकेंगे। ਸੁਰੇਸ਼ ਪ੍ਰਭੂ ਨੇ ਡਿਜੀਟਲ ਇੰਡੀਆ ਦੀ ਕੜੀ ਦੇ ਵਿੱਚ ਰੇਲਵੇ ਦੀ ਸਾਰੀ ਭਰਤੀਆਂ ਆਨਲਾਈਨ ਕਰਨ ਦਾ ਐਲਾਨ ਕੀਤਾ। ਨੌਜਵਾਨਾਂ ਨੂੰ ਰੇਲਵੇ ਭਰਤੀ ਦੇ ਲਈ ਖਾਸ ਰੂਪ ਦੇ ਵਿੱਚ ਸਿੱਖਿਅਤ ਕਰਨ ਦੇ ਲਈ ਨੈਸ਼ਨਲ ਅਕੈਡਮੀ ਆਫ ਇੰਡੀਅਨ ਰੇਲਵੇ ਬੜੌਦਾ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਰੇਲ ਯੂਨੀਵਰਸਿਟੀ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਵੀ ਯੋਜਨਾ ਦਾ ਐਲਾਨ ਹੋਇਆ। ਰੇਲ ਮੰਤਰੀ ਨੇ ਕਿਹਾ ਕਿ ਇਸ ਦੇ ਲਈ ਪੂਰੀ ਪ੍ਰੋਸੈਸ ਜਾਰੀ ਹੈ। ਦੱਸਣਾ ਚਾਹਾਂਗੇ ਕਿ ਇਸ ਦਾ ਐਲਾਨ ਰੇਲ ਮੰਤਰੀ ਨੇ ਆਪਣੇ ਪਿਛਲੇ ਰੇਲ ਬਜਟ ਦੇ ਵਿੱਚ ਕੀਤਾ ਸੀ। ਰੇਲ ਕਿਰਾਏ ਦੇ ਬਾਰੇ ਬੋਲਦਿਆਂ ਹੋਇਆਂ ਸੁਰੇਸ਼ ਪ੍ਰਭੂ ਨੇ ਕਿਹਾ ਕਿ ਰੇਲ ਕਿਰਾਇਆ ਵਧਾਉਣ ਦੇ ਪੁਰਾਣੇ ਤਰੀਕੇ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਨੇ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਵੀ ਚੇਂਜ ਲਿਆਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਨੁਮਾਨ ਮੁਤਾਬਿਕ ਇਸ ਵਾਰ 8270 ਕਰੋੜ ਰੁਪਏ ਦੀ ਬਚਤ ਹੋਈ ਹੈ ਜਦਕਿ ਆਉਣ ਵਾਲੇ ਵਰੇ ਦੇ ਲਈ 1,84,450 ਕਰੋੜ ਰੁਪਏ ਦੀ ਰੈਵਨਿਊ ਵਸੂਲੀ ਦੀ ਉਮੀਦ ਜਤਾਈ ਗਈ ਹੈ। ਰੇਲ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਨੂੰ ਫਿਰ ਤੋਂ ਗਠਨ ਤੇ ਪੁਨਰਨਿਰਮਾਣ ਦੀ ਜ਼ਰੂਰਤ ਹੈ। ਰੇਲ ਕਿਰਾਇਆ ਵਧਾ ਕੇ ਹੀ ਕਮਾਈ ਵਧਾਉਣ ਦਾ ਵਿਕਲਪ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਸਾਲ ਰੇਲਵੇ ਦੇ ਵਿੱਚ ਦੋਗੁਣਾ ਨਿਵੇਸ਼ ਹੋਇਆ ਹੈ। ਸੁਰੇਸ਼ ਪ੍ਰਭੂ ਮੁਤਾਬਿਕ ਭਾਰਤੀ ਰੇਲ ਯਾਤਰਾ ਕਿਰਾਇਆ ਤੇ ਮਾਲ ਢੁਆਈ ਤੋਂ ਇਲਾਵਾ ਕਮਾਈ ਦੇ ਦੂਜੇ ਸਾਧਨਾਂ ਤੇ ਵਿਕਲਪਾਂ ਤੇ ਵੀ ਗੌਰ ਕਰ ਰਹੀ ਹੈ। ਉਹਨਾਂ ਸਾਲ 2020 ਦੇ ਟੀਚੇ ਨੂੰ ਦੁਹਰਾਉਂਦਿਆਂ ਹੋਇਆਂ ਕਿਹਾ ਕਿ ਰੇਲਵੇ ਸਾਲ 2020 ਤੱਕ ਲੋਕਾਂ ਦੀ ਉਮੀਦਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰੇਗੀ ਤੇ ਰੇਲਵੇ ਲੋੜ ਦੇ ਹਿਸਾਬ ਨਾਲ ਲੋਕਾਂ ਨੂੰ ਟਿਕਟ ਰਿਜ਼ਰਵੇਸ਼ਨ ਕਰਵਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਦੂਜਾ ਰੇਲ ਬਜਟ ਪੇਸ਼ ਕਰਦਿਆਂ ਹੋਇਆਂ ਰੇਲ ਮੰਤਰੀ ਨੇ ਕਿਹਾ ਕਿ 400 ਸਟੇਸ਼ਨਾਂ ਨੂੰ ਨਿੱਜੀ ਭਾਗੀਦਾਰੀ ਦੇ ਤਹਿਤ ਵਿਕਸਿਤ ਕੀਤਾ ਜਾਏਗਾ ਤੇ ਯਾਤਰੀਆਂ ਦੀ ਸ਼ਿਕਾਇਤ ਦੇ ਲਈ ਨਵੀਂ ਫੋਨ ਲਾਈਨ ਵੀ ਸ਼ੁਰੂ ਕੀਤੀ ਜਾਏਗੀ ਤੇ 311 ਸਟੇਸ਼ਨਾਂ ਤੇ ਸੀਸੀਟੀਵੀ ਸਿਕਿਉਰਿਟੀ ਦਿੱਤੀ ਜਾਏਗੀ। ਉਹਨਾਂ ਕਿਹਾ ਕਿ 17000 ਬਾਇਓ ਟਾਇਲਟ ਇਸ ਸਾਲ ਦੇ ਅਖੀਰ ਤੱਕ ਬਣ ਜਾਣਗੇ। ਪਹਿਲਾ ਬਾਇਓ ਵੈਕਿਊਮ ਟਾਇਲਟ ਰਾਜਧਾਨੀ ਦੇ ਵਿੱਚ ਲੱਗੇਗਾ। ਪੈਸੇਂਜਰ ਟ੍ਰੇਨ ਦੀ ਵੀ ਰਫ਼ਤਾਰ ਵਧਾਏ ਜਾਣ ਦੀ ਗੱਲ ਕੀਤੀ ਗਈ ਹੈ ਤੇ ਮਹਿਲਾਵਾਂ ਦੀ ਸੁਰੱਖਿਆ ਤੇ ਖਾਸ ਧਿਆਨ ਦੇਣ ਦੀ ਵੀ ਐਲਾਨ ਹੋਇਆ ਹੈ ਜਿਸ ਦੇ ਵਿੱਚ
65,000 ਬਰਥ ਨਵੇਂ ਤਿਆਰ ਕੀਤੇ ਗਏ ਨੇ ਤੇ ਇਹਨਾਂ ਦਾ ਇਸਤੇਮਾਲ ਨਾਨ ਏਸੀ ਕੰਪਾਰਟਮੈਂਟਸ ਦੇ ਵਿੱਚ ਕੀਤਾ ਜਾਏਗਾ। ਨਵੀਂ ਲੋਕੋਮੋਟਿਵ ਫੈਕਟਰੀ ਲਗਾਉਣ ਦੇ ਲਈ 40,000 ਕਰੋੜ ਰੁਪਏ ਦਾ ਬਜਟ ਦੇ ਵਿੱਚ ਤਜਵੀਜ਼ ਕੀਤੀ ਗਈ ਹੈ। ਟ੍ਰੇਨਾਂ ਦੇ ਟਾਈਮ ਤੇ ਨਾ ਚੱਲਣ ਦੀ ਸ਼ਿਕਾਇਤਾਂ ਕਈ ਸਾਲਾਂ ਤੋਂ ਨੇ ਤੇ ਇਸ ਨੂੰ ਦੂਰ ਕਰਨ ਲਈ ਵੀ ਰੇਲ ਮੰਤਰੀ ਨੇ ਆਪਣੀ ਵਿਉਂਤਬੰਦੀ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਅਸੀਂ ਵਨ ਟਾਈਮ ਰਜਿਸਟ੍ਰੇਸ਼ਨ ਟਿਕਟ ਦਾ ਅਰੇਂਜਮੈਂਟ ਕਰ ਰਹੇ ਹਾਂ। 400 ਤੇ ਹੋਰ ਸਟੇਸ਼ਨਾਂ ਤੇ ਵਾਈਫਾਈ ਦੀ ਸਰਵਿਸ ਵਧਾਈ ਜਾ ਰਹੀ ਹੈ ਤੇ ਹਬੀਬਗੰਜ ਤੋਂ ਇਲਾਵਾ 4 ਹੋਰ ਸਟੇਸ਼ਨਾਂ ਨੂੰ ਰੀਡਿਵੈਲਪ ਕੀਤਾ ਜਾਏਗਾ। ਸੋਸ਼ਲ ਮੀਡੀਆ ਦੇ ਇਸਤੇਮਾਲ ਰੋਜ਼ਾਨਾ ਦੇ ਕੰਮ ਦੇ ਵਿੱਚ ਟ੍ਰਾਂਸਪੇਰੈਂਸੀ ਲਿਆਉਣ ਦੇ ਲਈ ਕੀਤਾ ਜਾਏਗਾ। ਈ ਟ੍ਰੇਡਿੰਗ ਪ੍ਰੋਸੈਸ ਤੇ ਪੇਪਰਲੈਸ ਵਰਕ ਦਾ ਕੰਮ ਤੇਜ਼ ਕੀਤਾ ਜਾਏਗਾ ਤੇ ਜ਼ੋਨਲ ਰੇਲਵੇ ਦੇ ਕਈ ਕੰਟਰੈਕਟ ਕੀਤੇ ਗਏ ਨੇ ਤਾਂ ਜੋ ਇਹਨਾਂ ਟਾਰਗੇਟਸ ਨੂੰ ਪੂਰਾ ਕੀਤਾ ਜਾਏ ਤੇ ਨਾਲ ਹੀ ਕਿਹਾ ਕਿ ਜਲੰਧਰ ਉਦਮਪੁਰ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਸਾਲ 2020 ਤੱਕ ਵੱਡੀ ਲਾਈਨਾਂ ਦੇ ਟੀਚੇ ਨੂੰ ਪੂਰਾ ਕਰ ਲਿਆ ਜਾਏਗਾ। ਉਹਨਾਂ ਕਿਹਾ ਕਿ ਉਹਨਾਂ ਦਾ 2020 ਤੱਕ ਇਹ ਟੀਚਾ ਰਹੇਗਾ ਕਿ ਸਾਰੀ ਗੱਡੀਆਂ ਸਮੇਂ ਸਿਰ ਚੱਲਣ ਤੇ ਪੂਰੇ ਇਨਫਰਾਸਟ੍ਰਕਚਰ ਮਾਡਰਨਾਈਜੇਸ਼ਨ ਤੇ 8.5 ਲੱਖ ਕਰੋੜ ਰੁਪਏ ਖਰਚ ਹੋਣਗੇ। ਰੇਲ ਮੰਤਰੀ ਨੇ ਆਪਣਾ ਰੇਲ ਬਜਟ ਪੇਸ਼ ਕਰਦਿਆਂ ਹੋਇਆ ਕਿਹਾ ਕਿ ਉਹ ਡਰਾਈਵਿੰਗ ਸੀਟ ਤੇ ਜ਼ਰੂਰ ਨੇ ਪਰ ਜਨਤਾ ਉਹਨਾਂ ਦੇ ਨਾਲ ਸਫ਼ਰ ਕਰ ਰਹੀ ਹੈ ਤੇ ਉਹ ਯਾਤਰੀਆਂ ਦੀ ਸੁਰੱਖਿਆ ਦਾ ਸਭ ਤੋਂ ਵੱਧ ਧਿਆਨ ਦੇਣਗੇ। ਇਸ ਸਾਲ 1600 ਕਿਲੋਮੀਟਰ ਲਾਈਨਾਂ ਦਾ ਬਿਜਲੀਕਰਨ ਵੀ ਕੀਤਾ ਜਾਏਗਾ। LIC ਨੇ 1.5 ਕਰੋੜ ਰੁਪਏ ਨਿਵੇਸ਼ ਕਰਨ ਤੇ ਵੀ ਸਹਿਮਤੀ ਜਤਾਈ ਹੈ। ਪੈਸੇਂਜਰ ਟ੍ਰੇਨ ਦੀ ਰਫ਼ਤਾਰ 80 ਕਿਲੋਮੀਟਰ ਘੰਟਾ ਕਰਨ ਦਾ ਵੀ ਮਤਾ ਹੋਇਆ ਹੈ। 92,714 ਕਰੋੜ ਦੀ ਲਾਗਤ ਨਾਲ 44 ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਨੇ। PPP ਮਾਡਲ ਤੇ 400 ਸਟੇਸ਼ਨ ਬਣਾਉਣ ਦੀ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਮਹਿਲਾਵਾਂ ਦੇ ਲਈ 182 ਹੈਲਪਲਾਈਨ ਸ਼ੁਰੂ ਕੀਤੀ ਗਈਆਂ ਨੇ। ਸਟੇਟ ਵਾਈਜ਼ ਐਲੋਕੇਸ਼ਨ ਕਿਸ ਤਰ੍ਹਾਂ ਕੀਤਾ ਗਿਆ ਹੈ ਇਸ ਵਾਰ ਰੇਲ ਬਜਟ ਦੇ ਵਿੱਚ, ਪੰਜਾਬ ਨੂੰ ਕੀ ਕੁਝ ਖਾਸ ਦਿੱਤਾ ਗਿਆ ਹੈ ਇਸ ਬਾਰੇ ਗੱਲ ਕਰਦੇ ਹਾਂ। ਪੰਜਾਬ ਨੂੰ ਇਹ ਕਿਹਾ ਜਾ ਰਿਹਾ ਹੈ ਕਿ 37% ਜ਼ਿਆਦਾ ਰਕਮ ਦਿੱਤੀ ਗਈ ਹੈ ਰੇਲ ਬਜਟ ਦੇ ਵਿੱਚ, ਯਾਨੀ ਕਿ ਰੇਲ ਬਜਟ ਦੇ ਵਿੱਚ 37% ਜ਼ਿਆਦਾ ਪੈਸੇ ਪੰਜਾਬ ਦੇ ਲਈ ਰਾਖਵੇਂ ਕੀਤੇ ਗਏ ਨੇ। ਜਿਸ ਨੂੰ ਪਿਛਲੇ ਬਜਟ ਦੇ ਨਾਲ ਕੰਪੇਅਰ ਕੀਤਾ ਜਾਏ ਤਾਂ 2009-2010 ਦੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਪੰਜਾਬ ਨੂੰ ਮਿਲੇ ਸਨ 163.3 ਕਰੋੜ ਰੁਪਏ। ਉਸ ਤੋਂ ਬਾਅਦ ਇਹ ਵੱਧ ਕੇ ਹੋ ਗਏ 2010-2011 ਦੇ ਵਿੱਚ 318.8 ਕਰੋੜ ਰੁਪਏ। 2011-12 ਦੇ ਵਿੱਚ ਇਹ ਹੋ ਗਏ 345.6 ਕਰੋੜ ਰੁਪਏ। 2012-13 ਦੇ ਬਜਟ ਦੇ ਵਿੱਚ ਇਹ ਥੋੜਾ ਘਟਿਆ ਤੇ 159.4 ਕਰੋੜ ਰੁਪਏ ਹੋ ਗਿਆ। ਇਸੇ ਤਰੀਕੇ 2014-15 ਦੇ ਵਿੱਚ 141 ਕਰੋੜ, 2015-16 ਦੇ ਵਿੱਚ 823 ਕਰੋੜ। ਮਗਰ ਇਸ ਵਾਰ 2016-17 ਦੇ ਰੇਲ ਬਜਟ ਦੇ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ। 1114 ਕਰੋੜ ਰੁਪਏ ਇਹ ਵੱਧ ਕੇ ਹੋ ਗਿਆ, ਯਾਨੀ ਕਿ ਸਿੱਧੇ ਤੌਰ ਤੇ 37% ਵਾਧਾ ਕੀਤਾ ਗਿਆ ਹੈ ਪੰਜਾਬ ਦੇ ਲਈ। ਤੇ ਪੰਜਾਬ ਦੇ ਵਿੱਚ ਇਸ ਵਾਰ ਕੀ ਕੁਝ ਨਵਾਂ ਕੰਮ ਰੇਲਵੇ ਦੇ ਵੱਲੋਂ ਕੀਤਾ ਜਾਏਗਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਪਠਾਨਕੋਟ ਜੋਗਿੰਦਰ ਨਗਰ ਦੇ ਵਿੱਚ ਜਿਹੜਾ ਹੈ ਖਾਸ ਤੌਰ ਤੇ ਰੇਲਵੇ ਵੱਲੋਂ ਨਵਾਂ ਕੰਮ ਕੀਤਾ ਜਾਏਗਾ। ਇਸ ਦੇ ਨਾਲ ਹੀ ਦਸੂਆ ਹੁਸ਼ਿਆਰਪੁਰ ਦੇ ਵਿੱਚ ਤੇ ਰਾਜਪੁਰਾ ਮੋਹਾਲੀ ਦੇ ਵਿੱਚ ਇੱਕ ਕੰਮ ਕੀਤਾ ਜਾਏਗਾ। ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਏ ਰੇਲਵੇ ਓਵਰਬ੍ਰਿਜਸ ਯਾਨੀ ਕਿ ਰੋਡ ਓਵਰਬ੍ਰਿਜਸ ਅਤੇ ਰੋਡ ਅੰਡਰ ਬ੍ਰਿਜਸ ਦੇ ਉੱਤੇ ਖਾਸ ਤੌਰ ਤੇ ਧਿਆਨ ਦਿੱਤਾ ਗਿਆ ਹੈ। ਹਾਲਾਂਕਿ ਪੰਜਾਬ ਦੇ ਲਈ ਇਹ ਫਹਿਰਿਸਤ 19 ਦੀ ਹੈ, ਯਾਨੀ ਕਿ 19 ਰੋਡ ਓਵਰ ਬ੍ਰਿਜਸ ਰੋਡ ਅੰਡਰ ਬ੍ਰਿਜਸ ਬਣਾਏ ਜਾਣਗੇ। ਤੇ ਸਭ ਤੋਂ ਪਹਿਲਾਂ ਜੇ ਅਸੀਂ ਤੁਹਾਨੂੰ ਕੁਝ ਲਿਸਟ ਕਰ ਦਈਏ ਤਾਂ ਉਸ ਦੇ ਵਿੱਚ ਸਰਹੰਦ ਨੰਗਲ ਡੈਮ ਸਬਵੇ ਬਣਾਇਆ ਜਾਏਗਾ। ਇਸ ਦੇ ਨਾਲ ਹੀ ਰੂਪਨਗਰ ਨੰਗਲ ਡੈਮ ਬਣਾਇਆ ਜਾਏਗਾ, ਡੈਮ ਦੇ ਉੱਤੇ ਰੋਡ ਓਵਰ ਬ੍ਰਿਜ ਬਣਾਇਆ ਜਾਏਗਾ ਤੇ ਰੂਪਨਗਰ ਨੰਗਲ ਡੈਮ ਦੇ ਨਾਲ ਰੋਡ ਓਵਰ ਬ੍ਰਿਜ ਬਣਾਇਆ ਜਾਏਗਾ। ਨੰਗਲ ਡੈਮ ਊਨਾ ਰੋਡ ਓਵਰ ਬ੍ਰਿਜ ਬਣਾਇਆ ਜਾਏਗਾ ਤੇ ਦਿੱਲੀ ਬਠਿੰਡਾ ਰੋਡ ਓਵਰ ਬ੍ਰਿਜ। ਤੇ ਕੁੱਲ ਮਿਲਾ ਕੇ ਜਿਹੜਾ ਹੈ ਇਹ 19 ਰੋਡ ਓਵਰ ਬ੍ਰਿਜ ਰੋਡ ਅੰਡਰ ਬ੍ਰਿਜਸ ਦੀ ਸੂਚੀ ਹੈ ਜਿਹੜੀ ਕਿ ਪੰਜਾਬ ਦੇ ਲਈ ਬਣਾਈ ਗਈ ਹੈ। ਇਸ ਦੇ ਵਿੱਚ ਖਾਸ ਤੌਰ ਤੇ ਇਨਫਰਾਸਟ੍ਰਕਚਰ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ, ਯਾਨੀ ਕਿ ਕੁੱਲ ਮਿਲਾ ਕੇ ਜਿਹੜੇ ਹਾਦਸੇ ਹੁੰਦੇ ਨੇ ਜਾਂ ਫਿਰ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ ਉਹ ਪਰੇਸ਼ਾਨੀਆਂ ਕਿਸੇ ਤਰੀਕੇ ਦੇ ਨਾਲ ਘੱਟ ਹੋ ਸਕਣ। ਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਏ ਇਲੈਕਟ੍ਰੀਫਿਕੇਸ਼ਨ ਦੀ, ਇਲੈਕਟ੍ਰੀਫਿਕੇਸ਼ਨ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ, ਤੇਜ਼ੀ ਦੇ ਨਾਲ ਇਹ ਕੰਮ ਅੱਗੇ ਨਹੀਂ ਵੱਧ ਸਕਿਆ ਹੈ। ਹਾਲਾਂਕਿ ਇਲੈਕਟ੍ਰੀਫਿਕੇਸ਼ਨ ਵਰਕ ਇਸ ਸਾਲ ਵੀ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਬਿਆਸ ਗੋਇੰਦਵਾਲ ਸਾਹਿਬ ਤਰਨਤਾਰਨ ਅੰਮ੍ਰਿਤਸਰ ਲਾਈਨ ਤੇ ਕੀਤਾ ਜਾਏਗਾ ਅਤੇ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਇਲੈਕਟ੍ਰੀਫਿਕੇਸ਼ਨ ਦਾ ਕੰਮ ਕੀਤਾ ਜਾਏਗਾ, ਜਿਸ ਦੇ ਵਿੱਚ 45 ਕਰੋੜ 21 ਲੱਖ ਰੁਪਏ ਰੇਲ ਮੰਤਰਾਲੇ ਦੇ ਵੱਲੋਂ ਖਰਚ ਕੀਤੇ ਜਾਣੇ ਨੇ। ਪਿਛਲੇ ਕੁਝ ਸਾਲਾਂ ਦੇ ਵਿੱਚ ਦੇਸ਼ ਦੇ ਵਿੱਚ ਮਹਿਲਾ ਸੁਰੱਖਿਆ ਇੱਕ ਵੱਡਾ ਮੁੱਦਾ ਰਿਹਾ ਹੈ, ਜਿਸ ਦੇ ਉੱਤੇ ਚਰਚਾ ਵੱਖੋ-ਵੱਖ ਥਾਵਾਂ ਤੇ ਕੀਤੀ ਜਾਂਦੀ ਰਹੀ ਹੈ। ਇਸੇ ਚੀਜ਼ ਦਾ ਖਿਆਲ ਰੱਖਿਆ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਆਪਣੇ ਬਜਟ ਦੇ ਵਿੱਚ 3 ਖਾਸ ਪ੍ਰਾਵਧਾਨ ਮਹਿਲਾਵਾਂ ਦੇ ਲਈ ਕੀਤੇ। 182 ਹੈਲਪਲਾਈਨ ਨੰਬਰ ਮਹਿਲਾਵਾਂ ਦੇ ਲਈ ਸ਼ੁਰੂ ਕੀਤਾ ਗਿਆ, ਜੋ ਕਿ
24 ਘੰਟੇ ਚੱਲੇਗਾ, यानी कि महिलावां ਨੂੰ ਜੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਉਹ ਇਸ ਨੰਬਰ ਤੇ ਕਾਲ ਕਰ ਸਕਦੀਆਂ ਨੇ। 311 ਸਟੇਸ਼ਨਸ ਤੇ ਸੀਸੀਟੀਵੀ ਕੈਮਰੇ ਲਾਏ ਜਾਣਗੇ, यानी कि पूरी तरह ਦੇ ਨਾਲ ਸੁਰੱਖਿਆ ਕਵਰ ਸੀਸੀਟੀਵੀ ਦੇ ਥਰੂ ਇਹਨਾਂ ਸਟੇਸ਼ਨਸ ਦੇ ਵਿੱਚ ਕੀਤਾ ਜਾਏਗਾ ਤੇ ਬਾਅਦ ਦੇ ਵਿੱਚ ਇਸ ਨੂੰ ਐਕਸਪੈਂਡ ਕੀਤਾ ਜਾਏਗਾ ਦੇਸ਼ ਦੇ ਹਰ ਰੇਲਵੇ ਸਟੇਸ਼ਨ ਤੇ ਸਭ ਤੋਂ ਖਾਸ ਚੀਜ਼ ਮਹਿਲਾਵਾਂ ਦੇ ਲਈ 33% ਸੀਟਾਂ ਹਰ ਕੋਚ ਦੇ ਵਿੱਚ ਰਾਖਵੀਆਂ ਹੋਣਗੀਆਂ। ਹਾਲਾਂਕਿ ਜੇ ਮਹਿਲਾਵਾਂ ਪੂਰੀਆਂ ਸੀਟਾਂ ਤੇ ਨਹੀਂ ਆਈਆਂ ਤਾਂ ਉਹਨਾਂ ਨੂੰ ਕਨਵਰਟ ਕੀਤਾ ਜਾਏਗਾ ਜਨਰਲ ਦੇ ਵਿੱਚ ਤੇ ਕੁੱਲ ਮਿਲਾ ਕੇ ਮਹਿਲਾਵਾਂ ਦਾ ਰੱਖਿਆ ਗਿਆ ਹੈ ਸੁਰੇਸ਼ ਪ੍ਰਭੂ ਦੇ ਰੇਲ ਬਜਟ ਦੇ ਵਿੱਚ ਖਾਸ ਧਿਆਨ। Also wheelchairs and braille-enabled new coaches. For our senior citizens and women travelers, we increase quota of lower berths in the coming financial year. We are increasing the senior citizen quota per coach by 50%, resulting in almost 120 lower berths per train for senior citizens. We added more escalators and lifts, reserved more middle bays in coaches for women's security. We introduced Wi-Fi services at stations, especially for our youth and business travelers. The process has begun. We intend to commission Wi-Fi services at 100 stations this year and 400 more stations in the next 2 years. ਇਹ ਬਹੁਤ ਵਧੀਆ ਸਟੈਪ ਆ ਜਿਹੜਾ ਔਰਤਾਂ ਦੀ ਸੁਰੱਖਿਆ ਲਈ ਗਾਰਡ ਰੱਖੇ ਜਾ ਰਹੇ ਨੇ ਐਂਡ ਬੱਚਿਆਂ ਲਈ ਛੋਟੇ ਬੱਚਿਆਂ ਲਈ ਦੁੱਧ ਤੇ ਗਰਮ ਪਾਣੀ ਦਾ ਬੰਦੋਬਸਤ ਹੈ ਤੇ ਹੈਲਪਲਾਈਨ 182 ਆਈ ਥਿੰਕ ਇਟਸ ਅ ਬੈਸਟ ਸਟੈਪ। ਸਰ ਮਤਲਬ ਜੋ ਵੀ ਇਹਨਾਂ ਨੇ ਨਵੀਆਂ ਸਕੀਮਸ ਲਾਗੂ ਕਰੀਆਂ ਨੇ ਠੀਕ ਨੇ, ਵਧੀਆ ਨੇ, ਸੁਣਨ 'ਚ ਵਧੀਆ ਨੇ, ਜੇ ਅਪਲਾਈ ਕਰਨਗੇ ਐਕਚੁਅਲੀ ਤਾਂ ਜ਼ਿਆਦਾ ਫਾਇਦਾ ਹੋਏਗਾ। So I'm very much satisfied with this क्योंकि लेडीज़ को मिल रहा है, रिजर्वेशन मिल रहा है और बच्चों के लिए मिल्क वगैरह प्रोवाइड कर रहे हैं, तो हम बहुत खुश हैं। सीरीज़ तो बहुत सैटिस्फाइड हाँ और ये बहुत अच्छा कदम है जो तुसी उठा रहे हो और कि इस तो लेडीज़ ਨੂੰ ਸੇਫਟੀ ਮਹਿਸੂਸ ਹੋਏਗੀ और ਬੱਚਿਆਂ ਵਾਸਤੇ ਵੀ ਤੁਸੀਂ ਬਹੁਤ ਅੱਛਾ ਕਰ ਰਹੇ ਹੋ। ਅਸੀਂ ਬਹੁਤ ਸੈਟੀਸਫਾਈਡ ਹਾਂ। ਪ੍ਰਭੂ ਦਾ ਪਿਟਾਰਾ ਸਾਡੀ ਇਹ ਖਾਸ ਪੇਸ਼ਕਸ਼ ਲਗਾਤਾਰ ਜਾਰੀ ਹੈ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਹੇ ਹਾਂ। ਤੀਰਥ ਸਥਾਨਾਂ ਦੇ ਲਈ ਖਾਸ ਪ੍ਰੋਵੀਜ਼ਨ ਇਸ ਰੇਲ ਬਜਟ ਦੇ ਵਿੱਚ ਕੀਤਾ ਗਿਆ ਹੈ, यानी कि ਜਿੰਨੇ ਵੀ ਤੀਰਥ ਸਥਾਨ ਹੋਣਗੇ ਉਧਰ ਸਥਿਤ ਰੇਲਵੇ ਸਟੇਸ਼ਨਾਂ ਦਾ ਸੁੰਦਰੀਕਰਨ ਕਰਵਾਇਆ ਜਾਏਗਾ। ਨਾਲ ਹੀ ਕੁਲੀ ਜਿਹੜੇ ਨੇ ਉਹਨਾਂ ਨੂੰ ਸੌਫਟ ਸਕਿਲਡ ਬਣਾਇਆ ਜਾਏਗਾ, ਉਸ ਦੀ ਪ੍ਰੋਪਰ ਟ੍ਰੇਨਿੰਗ ਕਰਵਾਈ ਜਾਏਗੀ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਹੈ ਉਸ ਦਾ ਵੀ ਸੁੰਦਰੀਕਰਨ ਹੋਏਗਾ, ਅਜਮੇਰ ਸ਼ਰੀਫ ਦਾ ਸੁੰਦਰੀਕਰਨ ਹੋਏਗਾ ਤੇ ਇਸ ਦੇ ਨਾਲ ਹੀ ਵਿਸ਼ਾਖਾਪਟਨਮ, ਪੁਰੀ, ਵਾਰਾਣਸੀ, ਵਾਸਕੋ ਇਹਨਾਂ ਸਾਰੇ ਰੇਲਵੇ ਸਟੇਸ਼ਨਸ ਨੂੰ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕੁੱਲ ਮਿਲਾ ਕੇ ਜਿੰਨੇ ਵੀ ਤੀਰਥ ਯਾਤਰੀ ਇਹਨਾਂ ਥਾਵਾਂ ਤੇ ਜਾਂਦੇ ਨੇ ਦਰਸ਼ਨਾਂ ਦੇ ਲਈ ਉਹਨਾਂ ਨੂੰ ਵਧੀਆ ਸੁਵਿਧਾ, ਵਧੀਆ ਤਸਵੀਰ ਇਹਨਾਂ ਰੇਲਵੇ ਸਟੇਸ਼ਨਾਂ ਦੀ ਵੇਖਣ ਨੂੰ ਮਿਲੇਗੀ। The great places of pilgrimage in India have a natural attraction for the Indian traveler. We intend taking up on priority the provision of passenger amenities and beautification on stations at pilgrimage center, including, and not all but including Ajmer, Amritsar, Bihar Sharif, Chenganur, Dwarka, Gaya, Haridwar, Mathura, Nagapattinam, Nanded, Nasik, Pali, Parsanath, Puri, Tirupati, Vailanakani, Varanasi and Vasco. We also intend to run Asta circuit trains to connect important pilgrimage centers. Last year, I had announced development of satellite terminals at a few locations. We take the next level to have several more. I appeal to all states to come forward and to partner with us in line with more. This will help us to provide many more services to the people, so I request all the partners. I am announcing 3 telex services which to ensure cost recovery by way of tariff and non-tariff measures. Humsafar would be fully air-conditioned third AC service with an optional service for meals. Tejas, on the other hand, will showcase the future of train travel in India, operating at a speed of 130 kilometers per hour and above. It will offer onboard services such as entertainment, local cuisine, Wi-Fi, etc. through one service provider for ensuring accountability and improved customer satisfaction. We'll also introduce overnight double-decker Uday Express on the busiest route, which has the potential to increase carrying capacity by almost 40%. To continue the efforts in minimizing waiting time for passengers at booking windows, we intend to commence sale of tickets through handheld terminals for the benefit of the suburban and short-distance travelers.
This should enable us to deploy multiple point of sales with minimum infrastructure. We also intend initiating sale of platform tickets through ticket vending machine, which will be made compatible with not only cash but also credit and debit cards. In the next 3 months, we'll open the e-ticketing facility for foreign debit and credit card holders, particularly for the foreign tourists and the NRIs. For our journalist friends, we will provide e-booking of tickets on the concessional passes available to them. This has been a long pending request, and it is my privilege to provide them with this service, hoping that they will cover it better. Cancellation of PRS tickets requires a passenger to travel to a booking window to avail the refund within a prescribed time. ਬਹਰਹਾਲ ਇਸ ਰੇਲ ਬਜਟ ਤੋਂ ਕਾਫੀ ਉਮੀਦਾਂ ਨੇ, ਯਾਨੀ ਕਿ ਐਗਜ਼ੀਕਿਊਟ ਜਿਹੜੇ ਪਲਾਨ ਹੋ ਸਕਣ ਉਹਨਾਂ ਪਲਾਨਸ ਨੂੰ ਹੀ ਰੇਲ ਬਜਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਕਿਹਾ ਜਾਂਦਾ ਰਿਹਾ ਹੈ ਕਿ ਅੰਗਰੇਜ਼ਾਂ ਦੇ ਸਮੇਂ ਭਾਰਤ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਰੇਲਵੇ ਐਕਸਪੈਂਸ਼ਨ ਹੋਇਆ, ਰੇਲ ਦੀਆਂ ਪਟਰੀਆਂ ਸਭ ਤੋਂ ਜ਼ਿਆਦਾ ਬਣੀਆਂ, ਮਗਰ ਆਜ਼ਾਦੀ ਤੋਂ ਬਾਅਦ ਇਹ ਜ਼ਿਆਦਾ ਵੱਡੇ ਪੱਧਰ ਤੇ ਨਹੀਂ ਹੋ ਸਕਿਆ। ਰੇਲ ਬਜਟ ਨੂੰ ਜੇ ਅਸੀਂ ਐਨਾਲਾਈਜ਼ ਕਰਦੇ ਹਾਂ ਤਾਂ ਉਹਦੇ ਦੋ ਹਿੱਸੇ ਨੇ। ਪਹਿਲਾ ਹਿੱਸਾ ਤਾਂ ਇਹ ਹੈ ਕਿ ਜਿਹੜਾ ਰੇਲਵੇ ਦਾ ਕਸਟਮਰ ਹੈ, ਪੈਸੇਂਜਰ, ਉਹਦੇ ਵਾਸਤੇ ਕਿੰਨਾ ਧਿਆਨ ਰੱਖਿਆ ਗਿਆ। ਉਹਦੇ ਵਿੱਚ ਮੈਂ ਜਿਹੜਾ ਹੈ ਪ੍ਰਭੂ ਸਾਹਿਬ ਦੇ ਬਜਟ ਨੂੰ 100 ਦੇ ਵਿੱਚੋਂ 80 ਨੰਬਰ ਦੇਵਾਂਗਾ, ਕਿਉਂਕਿ ਪੈਸੇਂਜਰ ਵਾਸਤੇ ਕਈ ਚੀਜ਼ਾਂ ਕੀਤੀਆਂ ਗਈਆਂ। ਉਹਦੀ ਟਿਕਟ ਬੁਕਿੰਗ ਜਿਹੜੀ ਹੈ ਕਿਵੇਂ ਈਜ਼ੀ ਹੋਵੇ, ਇਸ ਚੀਜ਼ ਦੀ ਤਰਫ ਕਦਮ ਵਧਾਏ ਗਏ ਨੇ। ਉਹਦੇ ਵਾਸਤੇ ਹਾਈਜੈਨਿਕ ਟਰੈਵਲ ਕਿਸ ਤਰੀਕੇ ਨਾਲ ਹੋਵੇ, ਉਹਦਾ ਜਿਹੜਾ ਡੱਬਾ ਹੈ ਉਹ ਕਿਵੇਂ ਸਾਫ਼ ਕਰਾ ਸਕਦਾ ਹੈ, ਉਹ ਕਿਵੇਂ ਉਹਨੂੰ ਟਾਇਲਟ ਕਲੀਨ ਮਿਲ ਸਕਦਾ ਹੈ, ਕਿਸ ਤਰੀਕੇ ਨਾਲ ਉਹਨੂੰ ਜਿਹੜਾ ਹੈ ਹੋਰ ਕੰਫਰਟਸ ਮਿਲ ਸਕਦੇ ਨੇ, ਉਹਦਾ ਟਰੈਵਲ ਕਨਵੀਨੀਅੰਟ ਹੋ ਸਕਦਾ ਹੈ, ਕਿਵੇਂ ਉਹਦਾ ਟਰੈਵਲ ਜਿਹੜਾ ਹੈ ਟਾਈਮਲੀ ਹੋ ਸਕਦਾ ਹੈ, ਕਿਵੇਂ ਉਹਦੇ ਟਰੈਵਲ ਦੇ ਵਿੱਚ ਉਹਨੂੰ ਕੁਆਲਿਟੀ ਫੂਡ ਮਿਲ ਸਕਦਾ ਹੈ, ਕਿਵੇਂ ਫੀਮੇਲ ਜਿਹੜੇ ਪੈਸੇਂਜਰਸ ਨੇ ਉਹਨਾਂ ਦਾ ਟਰੈਵਲ ਸਿਕਿਉਰਡ ਹੋ ਸਕਦਾ ਹੈ। ਇਹਨਾਂ ਚੀਜ਼ਾਂ ਦਾ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਹੈ। ਅੱਜ ਰੇਲ ਬਜਟ ਭਾਵੇਂ ਹੈਰਾਨੀਜਨਕ ਵੀ ਆ ਤੇ ਲੋਕਾਂ ਨੂੰ ਜਿਹੜੀਆਂ ਅਪੇਕਸ਼ਾ ਹੁੰਦੀਆਂ ਨੇ ਆਮ ਤੌਰ ਤੇ ਬਜਟ ਤੇ ਵੀ ਨਵੀਆਂ ਰੇਲਾਂ ਮਿਲਣਗੀਆਂ, ਨਵੀਆਂ ਰੇਲ ਲਾਈਨਾਂ ਮਿਲਣਗੀਆਂ, ਉਸ ਤਰ੍ਹਾਂ ਦੀ ਅਪੇਕਸ਼ਾ ਤਾਂ ਨਹੀਂ ਪੂਰੀ ਹੋਈ। ਪਰ ਮੈਂ ਕਹਿ ਸਕਦਾ ਕਿ ਇਹ ਰੇਲ ਬਜਟ ਬਾਕੀ ਬਜਟਾਂ ਨਾਲੋਂ ਇੱਕ ਵਖਰੇਵੇਂ ਦੇ ਤੌਰ ਤੇ ਹੈ, ਪਰ ਇਹਦਾ ਅਸੀਂ ਸਵਾਗਤ ਕਰਦੇ ਹਾਂ। ਇਸ ਕਰਕੇ ਕਰਦੇ ਹਾਂ ਕਿ ਇਸ ਰੇਲ ਬਜਟ ਨੇ ਪਹਿਲੇ ਬਜਟਾਂ ਵਾਂਗੂ ਅੱਗਾ ਦੌੜ ਪਿੱਛਾ ਚੌੜ ਵਾਲੀ ਨੀਤੀ ਨਹੀਂ ਅਪਣਾਈ, ਬਲਕਿ ਜੋ ਅੱਜ ਰੇਲਵੇ ਦਾ ਸਟਰਕਚਰ ਆ, ਜੋ ਰੇਲਵੇ ਦਾ ਸਿਸਟਮ ਆ, ਉਹਨੂੰ ਸੁਧਾਰ ਕੇ ਮਜ਼ਬੂਤ ਕਰਕੇ ਜਿਹੜੀਆਂ ਸੁਵਿਧਾਵਾਂ ਯਾਤਰੀਆਂ ਨੂੰ ਤੇ ਮਾਲ ਭਾੜੇ ਦੇ ਵਿੱਚ ਦਿੱਤੀਆਂ ਨੇ, ਉਹਦੇ ਨਾਲ ਮੈਂ ਸਮਝਦਾ ਰੇਲਵੇ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵਧੇਗਾ। ਅਸੀਂ ਬਠਿੰਡਾ ਦੇ ਰੇਲਵੇ ਜੰਕਸ਼ਨ ਤੇ ਖੜੇ ਹਾਂ, ਜਿਹੜਾ ਜੰਕਸ਼ਨ ਏਸ਼ੀਆ ਦਾ ਸਭ ਤੋਂ ਵੱਡਾ ਜੰਕਸ਼ਨ ਮੰਨਿਆ ਜਾਂਦਾ ਹੈਗਾ। ਹਜ਼ਾਰਾਂ ਹੀ ਯਾਤਰੀ ਇਸ ਜੰਕਸ਼ਨ ਤੋਂ ਹਰ ਰੋਜ਼ ਸਫ਼ਰ ਕਰਦੇ ਨੇ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਰੇਲ ਬਜਟ ਜਾਰੀ ਕਰ ਦਿੱਤਾ ਗਿਆ। ਇਸ ਰੇਲ ਬਜਟ ਬਾਰੇ ਯਾਤਰੀਆਂ ਦਾ ਬਠਿੰਡਾ ਰੇਲਵੇ ਜੰਕਸ਼ਨ ਤੇ ਕੀ ਕਹਿਣਾ ਉਹਨਾਂ ਤੋਂ ਹੀ ਜਾਣਦੇ ਹਾਂ। ਬਹੁਤ ਵਧੀਆ ਕੀਤਾ ਜੀ, ਇੱਕ ਤਾਂ ਸੀਟਾਂ ਰੱਖੀਆਂ ਇਹਨਾਂ ਜੀ ਸਾਡੇ ਵਾਸਤੇ ਤੇ ਕਿਰਾਇਆ ਨਹੀਂ ਵਧਾਇਆ, ਬਹੁਤ ਵਧੀਆ ਕੀਤਾ ਇਹਨਾਂ ਨੇ ਜੀ, ਬਹੁਤ ਠੀਕ ਕੀਤਾ। ਬਹੁਤ ਔਖੇ ਹੁੰਦੇ ਸੀ ਪਹਿਲਾਂ, ਜਗ੍ਹਾ ਨਹੀਂ ਮਿਲਦੀ ਸੀ ਬੈਠਣ ਨੂੰ, ਬਹੁਤ ਤੰਗ ਸੀ, ਹੁਣ ਤਾਂ ਬਹੁਤ ਆਰਾਮ ਹੋ ਜੀ। ਰਿਜ਼ਰਵੇਸ਼ਨ ਕਰੀਏ ਨਾ ਬਜ਼ੁਰਗਾਂ ਵਾਸਤੇ ਜ਼ਿਆਦਾ ਜੀ, ਬਹੁਤ ਚੰਗੀ ਗੱਲ ਕਰੀ ਹੈ, ਪਰ ਇਹ ਕਿਤੇ ਐਵੇਂ ਫਾਈਲਾਂ 'ਚ ਨਾ ਪਿਆ ਰਹੇ, ਇਹਨੂੰ ਮੌਕੇ ਤੇ ਇੰਪਲੀਮੈਂਟ ਕਰਿਆ ਜਾਵੇ, ਫੇਰ ਹੀ ਫਾਇਦਾ ਹੈ ਪਹੁੰਚ ਸਕਦਾ ਇਹਦਾ। ਬਜਟ ਬਹੁਤ ਹੀ ਵਧੀਆ ਆਇਆ ਹੈ, ਇਹਨਾਂ ਨੇ ਬਹੁਤ ਹੀ ਸੁਵਿਧਾ ਦਿੱਤੀਆਂ। ਇੱਕ ਬੀਮਾ ਸੁਵਿਧਾ ਦਿੱਤੀ ਹੈ, 182 ਨੰਬਰ ਤੇ ਲੇਡੀ ਵਾਸਤੇ ਬਹੁਤ ਅੱਛੀ ਸੁਵਿਧਾ ਦਿੱਤੀ ਹੈ ਇਹਨਾਂ ਨੇ। ਇਹ ਜਿਹੜਾ ਰੇਲ ਕਿਰਾਇਆ ਨਹੀਂ ਵਧਾਇਆ, ਇਹ ਸਭ ਤੋਂ ਵਧੀਆ ਕੀਤਾ ਹੈ। ਯਾਤਰੀਆਂ ਵਾਸਤੇ ਬਹੁਤ ਵਧੀਆ ਸੁਵਿਧਾ ਮਿਲੀ ਹੈ, ਔਰ ਜੋ ਵੀ ਇਹਨਾਂ ਨੇ ਜੋ ਬਜਟ ਆਇਆ ਬਹੁਤ ਹੀ ਵਧੀਆ ਬਜਟ ਹੈ। ਜਿਹੜਾ ਇਹ ਕਿਰਾਇਆ ਨਹੀਂ ਵਧਾਇਆ ਹੈਗਾ, ਇਹ ਇੱਕ ਵਧੀਆ ਕਦਮ ਹੈਗਾ, ਕਿਉਂਕਿ ਲੋਕਾਂ ਦੀ ਪੋਜੀਸ਼ਨ ਵੈਸੇ ਹੀ ਤੰਗ ਹੈਗੀ ਹੈ, ਲੋਕ ਐਸੇ ਕਰਨੀ ਨੂੰ ਤੰਗੀ ਚੱਲ ਰਹੇ ਹੈ। ਲੋਕ ਸਭਾ ਅੰਦਰ ਦੇਸ਼ ਦੇ ਰੇਲ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਅੱਜ ਰੇਲ ਬਜਟ ਪੇਸ਼ ਕੀਤਾ ਗਿਆ ਹੈ ਅਤੇ ਜਨਤਾ ਜਨਾਰਦਨ ਦਾ ਇਸ ਰੇਲ ਬਜਟ ਦੇ ਪ੍ਰਤੀ ਕੀ ਜਿਹੜਾ ਹੈ ਕਹਿਣਾ ਹੈ, ਇਸ ਸਭ ਦੇ ਲਈ ਗੱਲਬਾਤ ਕਰਾਂਗੇ ਅੱਜ ਗੁਰਦਾਸਪੁਰ ਵਾਸੀਆਂ ਨਾਲ। ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਪਹਿਲਾਂ ਤਾਂ ਦੇਖਿਆ ਕਿ ਪੰਜਾਬ ਨੂੰ ਇਹਦੇ ਵਿੱਚ ਕੁਝ ਨਹੀਂ ਮਿਲਿਆ, ਪਰ ਫਿਰ ਵੀ ਅਸੀਂ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਦੇ ਇਹ ਵੇਖਦੇ ਆ ਕਿ ਚਲੋ ਜਿਹੜਾ ਉਹਨਾਂ ਨੇ ਬਜਟ ਕੀਤਾ ਬਹੁਤ ਵਧੀਆ ਕੀਤਾ। ਉਹਦੇ ਵਿੱਚ 4 ਜਿਹੜੀਆਂ ਨਵੀਆਂ ਟ੍ਰੇਨਾਂ ਚਲਾਈਆਂ, ਇੱਕ ਡਬਲ ਡੈਕਰ ਚਲਾਈ ਆ, ਔਰਤਾਂ ਲਈ 30% ਰਾਖਵਾਂ ਕੀਤੀਆਂ ਸੀਟਾਂ, ਤੇ ਬਾਕੀ ਵਾਈਫਾਈ ਸਟੇਸ਼ਨ ਕਾਫੀ ਹੋਣੇ ਆ ਕਿਉਂਕਿ ਉਹਦੇ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ। ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜਾ ਮੇਨ ਵੱਡਾ ਕੰਮ ਕੀਤਾ ਵੀ ਜਿਹੜਾ ਆਪਣਾ ਭਾੜਾ ਹੈਗਾ, ਰੇਲ ਭਾੜਾ, ਉਹ ਨਹੀਂ ਵਧਾਇਆ। 400 ਸਟੇਸ਼ਨ ਨੂੰ ਵਾਈਫਾਈ ਕਰਨਾ ਔਰ ਖਾਸ ਕਰ ਜਿਹੜਾ ਕਿ ਇਹ ਬਹੁਤ ਹੀ ਵਧੀਆ ਕਦਮ ਹੈ ਸਰਕਾਰ ਦਾ। ਸੋ ਪੰਜਾਬ ਵਾਸਤੇ ਅਸੀਂ ਜੇ ਸੋਚਿਆ ਜਾਵੇ ਤੇ ਇਹਦੇ ਵਿੱਚ ਕੋਈ ਖਾਸ ਨਹੀਂ ਉਹਨਾਂ ਨੇ ਦਿੱਤਾ, ਪੰਜਾਬ ਨੂੰ ਦੇਣਾ ਚਾਹੀਦਾ ਸੀ ਗਿਆ ਕੁਝ।
ਸਹੂਲਤਾਂ, ਜਿਵੇਂ ਕੋਈ ਨਵੀਆਂ ਟ੍ਰੇਨਾਂ ਚਲਾਉਂਦੇ, ਹੋਰ ਕੋਈ ਸਹੂਲਤ। ਬਾਕੀ ਕੁੱਲ ਮਿਲਾ ਕੇ ਜਿਹੜਾ ਆਪਣਾ ਬਜਟ ਹੈ, ਇਹ ਬੈਲੈਂਸ ਬਜਟ ਹੈ। ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਦੇ ਵੱਲੋਂ ਬਜਟ ਜਿਹੜਾ ਹੈ ਉਹ ਪੇਸ਼ ਕਰ ਦਿੱਤਾ ਗਿਆ ਹੈ। ਕਾਫੀ ਸਹੂਲਤਾਵਾਂ ਦਾ ਐਲਾਨ ਕੀਤਾ ਗਿਆ ਹੈ, ਪਰ ਹਾਲੇ ਵੀ ਕਈ ਲੋਕ ਜਿਹੜੇ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਨਾਰਾਜ਼ ਨਜ਼ਰ ਆ ਰਹੇ ਨੇ। ਸਾਡੇ ਨਾਲ ਕੁਲੀ ਸਾਹਿਬ ਮੌਜੂਦ ਨੇ ਜਿਨ੍ਹਾਂ ਦੀਆਂ ਕੁਝ ਮੰਗਾਂ ਸੀ ਉਹ ਪੂਰੀਆਂ ਨਹੀਂ ਹੋਈਆਂ। ਭਾਜੀ ਕੀ ਮੰਗ ਸੀਗੀ ਤੁਹਾਡੀ, ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਕੁਲਦੀਪ ਸਿੰਘ ਕੋਟਲੀ ਹੈ। ਸਾਡੀ ਮੰਗ ਇੱਕੋ ਹੀ, ਸਾਨੂੰ 4 ਕਲਾਸ ਦਾ ਦਰਜਾ ਦਿੱਤਾ ਜਾਵੇ। ਸਾਡਾ ਹੋਰ ਕੋਈ ਨਹੀਂ ਮੰਗ। 2015 ਦੇ ਵਿੱਚ ਰੇਲ ਮੰਤਰੀ ਸੁਰੇਸ਼ ਪ੍ਰਭੂ ਜੀ ਇੱਥੇ ਆਏ ਸੀ ਅੰਮ੍ਰਿਤਸਰ ਸਟੇਸ਼ਨ ਤੇ, ਉਹਨਾਂ ਨੂੰ ਮੈਂ ਖੁਦ ਮੰਗ ਪੱਤਰ ਦਿੱਤਾ ਸੀ। ਉਹਨਾਂ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਤੁਹਾਨੂੰ ਗੈਂਗਮੈਨ ਚ ਐਤਕਾਂ ਕੀਤਾ ਜਾਏਗਾ ਤੇ ਜ਼ਰੂਰ ਕੀਤਾ ਜਾਏਗਾ, ਪਰ ਸਾਨੂੰ ਉਹਨਾਂ ਐਤਕਾਂ ਕੁਝ ਨਹੀਂ ਦਿੱਤਾ ਤੇ ਸਾਨੂੰ ਬਹੁਤ ਹੀ ਜ਼ਿਆਦਾ ਉਹਨਾਂ ਕੋਝਾ ਮਜ਼ਾਕ ਕੀਤਾ ਵਾ। ਸਾਡਾ ਕੁੱਲੀਆਂ ਦਾ ਨਾਮ ਵੀ ਬਦਲ ਕੇ ਰੱਖ ਦਿੱਤਾ ਵਾ। ਅਸੀਂ ਤਾਂ ਗੈਂਗਮੈਨ ਦੀ ਵਰਦੀ ਪਾਉਣਾ ਚਾਹੁੰਦੇ ਹਾਂ, ਪਰ ਸਾਨੂੰ ਉਹਨਾਂ ਵਰਦੀ ਹੋਰ ਹੀ ਕੋਈ ਐਲਾਨ ਕਰਤਾ ਵਾ। ਸੋ ਇਹਨਾਂ ਨੂੰ ਗੈਂਗਮੈਨ ਦੀ ਜਿਹੜੀ ਹੈ ਨੌਕਰੀ ਚਾਹੀਦੀ ਸੀ, ਪੱਕੀ ਨੌਕਰੀ ਚਾਹੀਦੀ ਸੀ, ਪਰ ਉਸ ਤੋਂ ਇਲਾਵਾ ਜਿਹੜਾ ਹੈ ਇਹਨਾਂ ਨੂੰ ਸਹਾਇਕ ਦੇ ਨਾਮ ਦੇ ਵਜੋਂ ਇਹ ਹੁਣ ਜਾਣੇ ਜਾਣਗੇ। ਨਾਲ ਹੀ ਇਹਨਾਂ ਨੂੰ ਸੌਫਟ ਸਕਿੱਲ ਜਿਹੜਾ ਹੈ ਉਹ ਸਿਖਾਇਆ ਜਾਏਗਾ, ਪਰ ਪੱਕੀ ਨੌਕਰੀ ਵਾਲੀ ਮੰਗ ਪੂਰੀ ਨਹੀਂ ਹੋਈ। ਸਾਡੇ ਨਾਲ ਕੁਝ ਸਟੂਡੈਂट्स भी मौजूद ਨੇ ਜੋ ਯਾਤਰੀ ਨੇ, ਉਹਨਾਂ ਦੇ ਨਾਲ ਵੀ ਗੱਲਬਾत करते हैं। क्या नाम है आपका? और बलजीत सिंह मेरा नाम। जो ऐलान हुए हैं क्या उससे संतुष्टि प्रगटाते हैं आप? सर जो ऐलान होते हैं वो 100% वो करते तो है नहीं वो पूरे। एक तो सफाई की मेन चक्कर है, जो सफाई जब भी मर्जी अगले साल नेक्स्ट ईयर भी चेक कर लेना, ऐसे से ऐसे ही रहेगा। पर ਤੁਸੀਂ ਸਟੂਡੈਂਟ ਹੋ, 400 ਸਟੇਸ਼ਨ ਤੇ ਵਾਈਫਾਈ ਦੀ ਸਹੂਲਤ ਦਾ ਐਲਾਨ ਹੋਇਆ, ਵਾਈਫਾਈ बेनिफिशियल होएगा? सर वेरी बेनिफिशियल है हमारे लिए, बिकॉज सर स्टूडेंट्स जब फ्रीज होते हैं, ठीक है सर, तो सर इससे हमें जानकारी मिल सकती है, ठीक है। अभी मीन्स की ट्रेन का हम व्यूज जान सकते हैं, जो भी मीन्स हमें अच्छा प्रॉफिट है, जो हम हमारे लिए अच्छा है, हम उसको जान सकते हैं। ਸਟੂਡੈਂਟਸ ਦਾ ਕਿਤੇ ਨਾ ਕਿਤੇ ਫਾਇਦਾ ਹੁੰਦਾ ਹੋਇਆ, ਯਾਤਰੀਆਂ ਦਾ ਫਾਇਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਇੱਕ ਵਾਈਫਾਈ ਦੀ ਮੰਗ ਜਿਹੜੀ ਸੀਗੀ ਉਹ ਪੂਰੀ ਹੋਈ ਹੈ। ਵਾਈਫਾਈ ਦਾ ਬਹੁਤ ਵੱਡਾ ਬੈਨੀਫਿਟ ਹੋਏਗਾ। ਉਸ ਤੋਂ ਇਲਾਵਾ ਅੰਮ੍ਰਿਤਸਰ ਸਟੇਸ਼ਨ ਦਾ ਜਿਹੜਾ ਹੈ ਸੁੰਦਰੀਕਰਨ ਕੀਤਾ ਜਾਏਗਾ, ਜਿਸ ਤੇ ਆ ਵੀਰ ਦਾ ਪੁਆਇੰਟ ਕਵਰ ਹੋ ਜਾਏਗਾ ਕਿ ਜੋ ਗੰਦਗੀ ਹੈ ਉਹ ਨਜ਼ਰ ਆਉਂਦੀ ਹੈ। ਸਾਡੇ ਨਾਲ ਮੁਲਾਜ਼ਮ ਵੀ ਮੌਜੂਦ ਨੇ ਰੇਲਵੇਜ਼ ਤੇ, ਜਿਨ੍ਹਾਂ ਦੀਆਂ ਤਨਖਾਹਾਂ ਨੇ ਉਸ ਦੇ ਵਿੱਚ ਵਾਧਾ ਕੀਤਾ ਗਿਆ, 11% ਦੀ 11.67% ਦੀ ਤਨਖਾਹ ਦੇ ਵਿੱਚ ਵਾਧਾ। ਕੀ ਕਹਿਣਾ ਚਾਹੋਗੇ ਇਸ ਸੰਬੰਧੀ? ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਇਸ ਚੀਜ਼ ਨੂੰ ਲੈ ਕੇ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਜੀ। ਇਹਨਾਂ ਦਾ ਕੀ ਕਹਿਣਾ ਹੈ ਜੋ ਅੱਜ ਰੇਲ ਬਜਟ ਆਇਆ, ਆਓ ਗੱਲ ਕਰ ਲੈਂਦੇ ਹਾਂ। ਸਰ ਜੋ ਅੱਜ ਰੇਲ ਬਜਟ ਆਇਆ ਹੈਗਾ, ਇਹਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਮੈਨੂੰ ਜੋ ਵੇਖਣ 'ਚ ਲੱਗਿਆ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਸੁਣ ਕੇ ਉਹਨਾਂ ਦੇ ਜਿਹੜੇ ਪ੍ਰਸਤਾਵ ਨੇ ਜਾਂ ਉਹਨਾਂ ਨੇ ਪਹਿਲੇ ਸਾਲ ਜੋ ਕਿਹਾ ਸੀ ਉਸ ਤੋਂ ਬਾਅਦ ਇਸ ਸਾਲ ਦੇ ਵਿੱਚ ਕੰਮ ਕਰੇ ਤੇ ਆਪਣਾ ਬਿਊਰਾ ਦਿੰਦੇ। ਬੇਸ਼ੱਕ ਉਹਨਾਂ ਨੇ ਨੈਕਸਚਰ ਲਗਾਤਾ, ਬੋਲੇ ਨਹੀਂ, ਪਰ ਜਿਹੜਾ ਕਿ ਅਸੀਂ ਵੇਖਦੇ ਹਾਂ ਕਿ ਕਿਹੜੇ ਕਿਹੜੇ ਪਿਛਲੀ ਵਾਰ ਵਾਅਦੇ ਸਨ, ਕਿੰਨੇ ਉਸ ਦੇ ਵਾਸਤੇ ਪ੍ਰਸਤਾਵ ਸੀਗੇ ਕਿ ਇੰਨਾ ਪੈਸਾ ਲੱਗੇਗਾ, ਉਹ ਸਹੂਲਤਾਂ, ਉਹ ਨਵੀਆਂ ਸੇਵਾਵਾਂ ਉਹ ਲੋਕਾਂ ਨੂੰ ਨਹੀਂ ਮਿਲੀਆਂ। ਇਸ ਤੋਂ ਕਿਸੇ ਤਰ੍ਹਾਂ ਦੀ ਹੁਣ ਨਵੀਂ ਆਸ ਨਹੀਂ ਵੱਧਦੀ ਕਿ ਇਹ ਜਿਹੜਾ ਹੁਣ ਐਤਕੀ ਦੇ ਬਜਟ ਹੈ ਇਹਦੇ ਨਾਲ ਅਗਲੇ ਸਾਲ ਦੇ ਵਿੱਚ ਬਹੁਤ ਹੋ ਜਾਏਗਾ। 3 ਸਾਲਾਂ ਦਾ ਇਹਨਾਂ ਨੇ ਕੋਈ ਕਿਤੇ ਜ਼ਿਕਰ ਨਾ ਕਰਦੇ ਹੋਏ, ਕਿਉਂਕਿ ਅਗਲੇ ਸਾਲ ਨੂੰ 3 ਸਾਲ ਪੂਰੇ ਹੋ ਜਾਣਗੇ। ਇਕੱਠੇ ਆંકੜੇ ਤਾਂ ਇਹਨਾਂ ਨੇ ਦੇ ਦਿੱਤੇ ਕਿ ਇਲੈਕਟ੍ਰੀਫਿਕੇਸ਼ਨ ਦੇ ਵਿੱਚ ਅਸੀਂ 2200 ਕਰ ਦਿਆਂਗੇ, ਜਾਂ ਇਲੈਕਟ੍ਰੀਫਿਕੇਸ਼ਨ ਤਾਂ ਸ਼ਾਇਦ 2000 ਕਿਹਾ ਹੈ, ਨਿਊ ਟਰੈਕ 2800 ਕਿਹਾ ਹੈ ਕਿ ਅਸੀਂ ਇੰਨਾ 2800 ਕਿਲੋਮੀਟਰ ਨਵੇਂ ਟਰੈਕ ਬਣਾ ਦਿਆਂਗੇ। ਪਰ ਉਹ 3 ਸਾਲਾਂ ਦੇ ਹੋਣਗੇ, ਉਹ 1 ਸਾਲ ਦੇ ਵਿੱਚ ਨਹੀਂ। ਉੱਥੇ ਲੋਕਾਂ ਨੂੰ ਗਲਤਫਹਿਮੀ ਇਹ ਹੋ ਜਾਂਦੀ ਹੈ ਜਦੋਂ ਕਹਿੰਦੇ ਅਗਲੇ ਸਾਲ ਤੱਕ ਇੰਨਾ ਅਸੀਂ ਚਲਾ ਦਿਆਂਗੇ, ਉਹ 1 ਸਾਲ ਦਾ ਨਹੀਂ, ਉਹ 3 ਸਾਲਾਂ ਦਾ ਇਕੱਠੇ ਦਾ ਜ਼ਿਕਰ ਕਰੀ ਜਾ ਰਹੇ ਨੇ। ਕੁੱਲ ਮਿਲਾ ਕੇ ਰੇਲ ਮੰਤਰੀ ਸੁਰੇਸ਼ ਪ੍ਰਭੂ ਦੀ ਕੋਸ਼ਿਸ਼ ਰਹੀ ਹੈ ਕਿ ਆਮ ਆਦਮੀ ਦੀ ਰੇਲ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਵਾ ਸਕੇ, ਯਾਨੀ ਕਿ ਆਮ ਆਦਮੀ ਇਸ ਨੂੰ ਆਪਣੀ ਰੇਲ ਕਹਿ ਸਕੇ। ਰੇਲ ਦੇ ਕਿਰਾਏ ਦੇ ਵਿੱਚ, ਟ੍ਰੇਨਸ ਦੇ ਕਿਰਾਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ, ਜ਼ਿਆਦਾ ਬਦਲਾਵ ਨਹੀਂ ਕੀਤੇ ਗਏ ਨੇ, ਮਗਰ ਇੱਕ ਚੀਜ਼ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ। ਇਹ ਕਿਹਾ ਜਾਂਦਾ ਰਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਰੇਲਵੇ ਦਾ ਐਕਸਪੈਂਸ਼ਨ ਦੇਸ਼ ਦੇ ਵਿੱਚ ਜ਼ਿਆਦਾ ਨਹੀਂ ਹੋਇਆ, ਬਲਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜ਼ਿਆਦਾ ਐਕਸਪੈਂਸ਼ਨ ਹੋਇਆ ਹੈ। ਇਸ ਬਜਟ ਦੇ ਵਿੱਚ ਵੀ ਰੇਲਵੇ ਐਕਸਪੈਂਸ਼ਨ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ, यानी कि रेलवे एक्सपेंड नहीं करेगी, बल्कि जिन्ना रेलवे का अज तक विकास होया है, जिन्ना रेलवे ने एक्सपेंड किया है, उसी दे विच लोकां नूं वध तो वध सुविधावां मुहैया करवाईयां जाण, लोकां नूं वधिया तो वधिया इंफ्रास्ट्रक्चर मुहैया करवाया जावे। यानी कि रेलवे नूं आम आदमी दी रेल बनाउण दी पूरी कोशिश इस बजट दे विच कीती गई है। फिलहाल साडी इस खास पेशकश दे विच इन्ना ही। मैनूं गुरमीत सिंह चौधरी अते मेरे वीडियो जर्नलिस्ट कमल चौहान नूं दिओ इजाजत ते तुसीं वेखदे रहो PTC न्यूज़। ਅਸੀਂ ਬਠਿੰਡਾ ਦੇ ਰੇਲਵੇ ਜੰਕਸ਼ਨ ਤੇ ਖੜੇ ਹਾਂ, ਜਿਹੜਾ ਜੰਕਸ਼ਨ ਏਸ਼ੀਆ ਦਾ ਸਭ ਤੋਂ ਵੱਡਾ ਜੰਕਸ਼ਨ ਮੰਨਿਆ ਜਾਂਦਾ ਹੈਗਾ। ਹਜ਼ਾਰਾਂ ਹੀ ਯਾਤਰੀ ਇਸ ਜੰਕਸ਼ਨ ਤੋਂ ਹਰ ਰੋਜ਼ ਸਫ਼ਰ ਕਰਦੇ ਨੇ।
ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਰੇਲ ਬਜਟ ਜਾਰੀ ਕਰ ਦਿੱਤਾ ਗਿਆ ਹੈ। ਇਸ ਰੇਲ ਬਜਟ ਬਾਰੇ ਯਾਤਰੀਆਂ ਦਾ ਬਠਿੰਡਾ ਰੇਲਵੇ ਜੰਕਸ਼ਨ ਤੇ ਕੀ ਕਹਿਣਾ ਹੈ, ਉਹਨਾਂ ਤੋਂ ਹੀ ਜਾਣਦੇ ਹਾਂ। ਬਹੁਤ ਵਧੀਆ ਕੀਤਾ ਜੀ, ਇੱਕ ਤਾਂ ਸੀਟਾਂ ਰੱਖੀਆਂ ਇਹਨਾਂ ਨੇ ਜੀ ਸਾਡੇ ਵਾਸਤੇ ਤੇ ਕਿਰਾਇਆ ਨਹੀਂ ਵਧਾਇਆ, ਬਹੁਤ ਵਧੀਆ ਕੀਤਾ ਇਹਨਾਂ ਨੇ ਜੀ, ਬਹੁਤ ਠੀਕ ਕੀਤਾ। ਬਹੁਤ ਔਖੇ ਹੁੰਦੇ ਸੀ ਪਹਿਲਾਂ, ਜਗ੍ਹਾ ਨਹੀਂ ਮਿਲਦੀ ਸੀ ਬੈਠਣ ਨੂੰ, ਬਹੁਤ ਤੰਗ ਸੀ, ਹੁਣ ਤਾਂ ਬਹੁਤ ਆਰਾਮ ਹੋ ਜੀ। ਰਿਜ਼ਰਵੇਸ਼ਨ ਕਰੀਏ ਨਾ ਬਜ਼ੁਰਗਾਂ ਵਾਸਤੇ ਜ਼ਿਆਦਾ ਜੀ, ਬਹੁਤ ਚੰਗੀ ਗੱਲ ਕਰੀ ਹੈ, ਪਰ ਇਹ ਕਿਤੇ ਐਵੇਂ ਫਾਈਲਾਂ 'ਚ ਨਾ ਪਿਆ ਰਹੇ, ਇਹਨੂੰ ਮੌਕੇ ਤੇ ਇੰਪਲੀਮੈਂਟ ਕਰਿਆ ਜਾਵੇ, ਫੇਰ ਹੀ ਫਾਇਦਾ ਹੈ ਪਹੁੰਚ ਸਕਦਾ ਇਹਦਾ। ਬਜਟ ਬਹੁਤ ਹੀ ਵਧੀਆ ਆਇਆ ਹੈ, ਇਹਨਾਂ ਨੇ ਬਹੁਤ ਹੀ ਸੁਵਿਧਾ ਦਿੱਤੀਆਂ, ਇੱਕ ਬੀਮਾ ਸੁਵਿਧਾ ਦਿੱਤੀ ਹੈ, 182 ਨੰਬਰ ਤੇ ਲੇਡੀ ਵਾਸਤੇ ਬਹੁਤ ਅੱਛੀ ਸੁਵਿਧਾ ਦਿੱਤੀ ਹੈ ਇਹਨਾਂ ਨੇ। ਇਹ ਜਿਹੜਾ ਰੇਲ ਕਿਰਾਇਆ ਨਹੀਂ ਵਧਾਇਆ, ਇਹ ਸਭ ਤੋਂ ਵਧੀਆ ਕੀਤਾ ਹੈ, ਯਾਤਰੀਆਂ ਵਾਸਤੇ ਬਹੁਤ ਵਧੀਆ ਸੁਵਿਧਾ ਮਿਲੀ ਹੈ। ਔਰ ਜੋ ਵੀ ਇਹਨਾਂ ਨੇ ਜੋ ਬਜਟ ਆਇਆ ਬਹੁਤ ਹੀ ਵਧੀਆ ਬਜਟ ਹੈ। ਜਿਹੜਾ ਇਹ ਕਿਰਾਇਆ ਨਹੀਂ ਵਧਾਇਆ ਹੈਗਾ, ਇਹ ਇੱਕ ਵਧੀਆ ਕਦਮ ਹੈਗਾ, ਕਿਉਂਕਿ ਲੋਕਾਂ ਦੀ ਪੋਜੀਸ਼ਨ ਵੈਸੇ ਹੀ ਤੰਗ ਹੈਗੀ ਹੈ, ਲੋਕ ਐਸੇ ਕਰਨੀ ਨੂੰ ਤੰਗੀ ਚੱਲ ਰਹੇ ਹੈ। ਲੋਕ ਸਭਾ ਅੰਦਰ ਦੇਸ਼ ਦੇ ਰੇਲ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਅੱਜ ਰੇਲ ਬਜਟ ਪੇਸ਼ ਕੀਤਾ ਗਿਆ ਹੈ ਅਤੇ ਜਨਤਾ ਜਨਾਰਦਨ ਦਾ ਇਸ ਰੇਲ ਬਜਟ ਦੇ ਪ੍ਰਤੀ ਕੀ ਜਿਹੜਾ ਹੈ ਕਹਿਣਾ ਹੈ, ਇਸ ਸਭ ਦੇ ਲਈ ਗੱਲਬਾਤ ਕਰਾਂਗੇ ਅੱਜ ਗੁਰਦਾਸਪੁਰ ਵਾਸੀਆਂ ਨਾਲ। ਅਸੀਂ ਇੱਕ ਪੰਜਾਬੀ ਹੋਣ ਦੇ ਨਾਤੇ ਪਹਿਲਾਂ ਤਾਂ ਦੇਖਿਆ ਕਿ ਪੰਜਾਬ ਨੂੰ ਇਹਦੇ ਵਿੱਚ ਕੁਝ ਨਹੀਂ ਮਿਲਿਆ, ਪਰ ਫਿਰ ਵੀ ਅਸੀਂ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਦੇ ਇਹ ਵੇਖਦੇ ਆ ਕਿ ਚਲੋ ਜਿਹੜਾ ਉਹਨਾਂ ਨੇ ਬਜਟ ਕੀਤਾ ਬਹੁਤ ਵਧੀਆ ਕੀਤਾ। ਉਹਦੇ ਵਿੱਚ 4 ਜਿਹੜੀਆਂ ਨਵੀਆਂ ਟ੍ਰੇਨਾਂ ਚਲਾਈਆਂ, ਇੱਕ ਡਬਲ ਡੈਕਰ ਚਲਾਈ ਆ, ਔਰਤਾਂ ਲਈ 30% ਰਾਖਵਾਂ ਕੀਤੀਆਂ ਸੀਟਾਂ, ਤੇ ਬਾਕੀ ਵਾਈਫਾਈ ਸਟੇਸ਼ਨ ਕਾਫੀ ਹੋਣੇ ਆ ਕਿਉਂਕਿ ਉਹਦੇ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ। ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜਾ ਮੇਨ ਵੱਡਾ ਕੰਮ ਕੀਤਾ ਵੀ ਜਿਹੜਾ ਆਪਣਾ ਭਾੜਾ ਹੈਗਾ ਰੇਲ ਭਾੜਾ ਉਹ ਨਹੀਂ ਵਧਾਇਆ। 400 ਸਟੇਸ਼ਨ ਨੂੰ ਵਾਈਫਾਈ ਕਰਨਾ ਔਰ ਖਾਸ ਕਰ ਜਿਹੜਾ ਕਿ ਇਹ ਬਹੁਤ ਹੀ ਵਧੀਆ ਕਦਮ ਹੈ ਸਰਕਾਰ ਦਾ। ਸੋ ਪੰਜਾਬ ਵਾਸਤੇ ਅਸੀਂ ਜੇ ਸੋਚਿਆ ਜਾਵੇ ਤੇ ਇਹਦੇ ਵਿੱਚ ਕੋਈ ਖਾਸ ਨਹੀਂ ਉਹਨਾਂ ਨੇ ਦਿੱਤਾ, ਪੰਜਾਬ ਨੂੰ ਦੇਣਾ ਚਾਹੀਦਾ ਸੀਗੀਆਂ ਕੁਝ ਸਹੂਲਤਾਂ, ਜਿਵੇਂ ਕੋਈ ਨਵੀਆਂ ਟ੍ਰੇਨਾਂ ਚਲਾਉਂਦੇ, ਹੋਰ ਕੋਈ ਸਹੂਲਤ। ਬਾਕੀ ਕੁੱਲ ਮਿਲਾ ਕੇ ਜਿਹੜਾ ਆਪਣਾ ਬਜਟ ਹੈ ਇਹ ਬੈਲੈਂਸ ਬਜਟ ਹੈ। ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਦੇ ਵੱਲੋਂ ਬਜਟ ਜਿਹੜਾ ਹੈ ਉਹ ਪੇਸ਼ ਕਰ ਦਿੱਤਾ ਗਿਆ ਹੈ। ਕਾਫੀ ਸਹੂਲਤਾਵਾਂ ਦਾ ਐਲਾਨ ਕੀਤਾ ਗਿਆ ਹੈ, ਪਰ ਹਾਲੇ ਵੀ ਕਈ ਲੋਕ ਜਿਹੜੇ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਨਾਰਾਜ਼ ਨਜ਼ਰ ਆ ਰਹੇ ਨੇ। ਸਾਡੇ ਨਾਲ ਕੁਲੀ ਸਾਹਿਬ ਮੌਜੂਦ ਨੇ ਜਿਨ੍ਹਾਂ ਦੀਆਂ ਕੁਝ ਮੰਗਾਂ ਸੀ ਉਹ ਪੂਰੀਆਂ ਨਹੀਂ ਹੋਈਆਂ। ਭਾਜੀ ਕੀ ਮੰਗ ਸੀਗੀ ਤੁਹਾਡੀ, ਕੀ ਨਾਮ ਹੈ ਤੁਹਾਡਾ? ਸਰ ਮੇਰਾ ਨਾਮ ਕੁਲਦੀਪ ਸਿੰਘ ਕੋਟਲੀ ਆ। ਸਾਡੀ ਮੰਗ ਇੱਕੋ ਹੀ, ਸਾਨੂੰ 4 ਕਲਾਸ ਦਾ ਦਰਜਾ ਦਿੱਤਾ ਜਾਵੇ, ਸਾਡਾ ਹੋਰ ਕੋਈ ਨਹੀਂ ਮੰਗ। 2015 ਦੇ ਵਿੱਚ ਰੇਲ ਮੰਤਰੀ ਸੁਰੇਸ਼ ਪ੍ਰਭੂ ਜੀ ਇੱਥੇ ਆਏ ਸੀ ਅੰਮ੍ਰਿਤਸਰ ਸਟੇਸ਼ਨ ਤੇ, ਉਹਨਾਂ ਨੂੰ ਮੈਂ ਖੁਦ ਮੰਗ ਪੱਤਰ ਦਿੱਤਾ ਸੀ। ਉਹਨਾਂ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਤੁਹਾਨੂੰ ਗੈਂਗਮੈਨ ਚ ਐਤਕਾਂ ਕੀਤਾ ਜਾਏਗਾ ਤੇ ਜ਼ਰੂਰ ਕੀਤਾ ਜਾਏਗਾ, ਪਰ ਸਾਨੂੰ ਉਹਨਾਂ ਐਤਕਾਂ ਕੁਝ ਨਹੀਂ ਦਿੱਤਾ ਤੇ ਸਾਨੇ ਬਹੁਤ ਹੀ ਜ਼ਿਆਦਾ ਉਹਨਾਂ ਕੋਝਾ ਮਜ਼ਾਕ ਕੀਤਾ ਵਾ। ਸਾਡਾ ਕੁੱਲੀਆਂ ਦਾ ਨਾਮ ਵੀ ਬਦਲ ਕੇ ਰੱਖ ਦਿੱਤਾ ਵਾ। ਅਸੀਂ ਤਾਂ ਗੈਂਗਮੈਨ ਦੀ ਵਰਦੀ ਪਾਉਣਾ ਚਾਹੁੰਦੇ ਹਾਂ, ਪਰ ਸਾਨੂੰ ਉਹਨਾਂ ਵਰਦੀ ਹੋਰ ਹੀ ਕੋਈ ਐਲਾਨ ਕਰਤਾ ਵਾ। ਸੋ ਇਹਨਾਂ ਨੂੰ ਗੈਂਗਮੈਨ ਦੀ ਜਿਹੜੀ ਹੈ ਨੌਕਰੀ ਚਾਹੀਦੀ ਸੀ, ਪੱਕੀ ਨੌਕਰੀ ਚਾਹੀਦੀ ਸੀ, ਪਰ ਉਸ ਤੋਂ ਇਲਾਵਾ ਜਿਹੜਾ ਹੈ ਇਹਨਾਂ ਨੂੰ ਸਹਾਇਕ ਦੇ ਨਾਮ ਦੇ ਵਜੋਂ ਇਹ ਹੁਣ ਜਾਣੇ ਜਾਣਗੇ। ਨਾਲ ਹੀ ਇਹਨਾਂ ਨੂੰ ਸੌਫਟ ਸਕਿੱਲ ਜਿਹੜਾ ਹੈ ਉਹ ਸਿਖਾਇਆ ਜਾਏਗਾ, ਪਰ ਪੱਕੀ ਨੌਕਰੀ ਵਾਲੀ ਮੰਗ ਪੂਰੀ ਨਹੀਂ ਹੋਈ। ਸਾਡੇ ਨਾਲ ਕੁਝ ਸਟੂਡੈਂट्स भी मौजूद हैं जो यात्री ने, ਉਹਨਾਂ ਦੇ ਨਾਲ ਵੀ ਗੱਲਬਾत करते हैं। क्या नाम है आपका? और बलजीत सिंह मेरा नाम। जो ऐलान हुए हैं क्या उससे संतुष्टि प्रगटाते हैं आप? सर जो ऐलान होते हैं वो 100% वो करते तो है नहीं वो पूरे। एक तो सफाई की मेन चक्कर है, जो सफाई जब भी मर्जी अगले साल नेक्स्ट ईयर भी चेक कर लेना है, ऐसे से ऐसे ही रहेगा। पर ਤੁਸੀਂ ਸਟੂਡੈਂਟ ਹੋ, 400 स्टेशन ਤੇ वाईफाई ਦੀ ਸਹੂਲਤ ਦਾ ਐਲਾਨ ਹੋਇਆ, वाईफाई बेनिफिशियल होएगा? सर वेरी बेनिफिशियल है हमारे लिए, बिकॉज सर स्टूडेंट्स जब फ्रीज होते हैं, ठीक है सर, तो सर इससे हमें जानकारी मिल सकती है, ठीक है, भी मीन्स की ट्रेन का हम व्यूज जान सकते हैं, जो भी मीन्स हमें अच्छा प्रॉफिट है, जो हम हमारे लिए अच्छा है, हम उसको जान सकते हैं। ਸਟੂਡੈਂਟਸ ਦਾ ਕਿਤੇ ਨਾ ਕਿਤੇ ਫਾਇਦਾ ਹੁੰਦਾ ਹੋਇਆ, ਯਾਤਰੀਆਂ ਦਾ ਫਾਇਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ, ਕਿਉਂਕਿ ਇੱਕ ਵਾਈਫਾਈ ਦੀ ਮੰਗ ਜਿਹੜੀ ਸੀਗੀ ਉਹ ਪੂਰੀ ਹੋਈ ਹੈ। ਵਾਈਫਾਈ ਦਾ ਬਹੁਤ ਵੱਡਾ ਬੈਨੀਫਿਟ ਹੋਏਗਾ। ਉਸ ਤੋਂ ਇਲਾਵਾ ਅੰਮ੍ਰਿਤਸਰ ਸਟੇਸ਼ਨ ਦਾ ਜਿਹੜਾ ਹੈ ਸੁੰਦਰੀਕਰਨ ਕੀਤਾ ਜਾਏਗਾ, ਜਿਸ ਤੇ ਆ ਵੀਰ ਦਾ ਪੁਆਇੰਟ ਕਵਰ ਹੋ ਜਾਏਗਾ ਕਿ ਜੋ ਗੰਦਗੀ ਹੈ ਉਹ ਨਜ਼ਰ ਆਉਂਦੀ ਹੈ। ਸਾਡੇ ਨਾਲ ਮੁਲਾਜ਼ਮ ਵੀ ਮੌਜੂਦ ਨੇ ਰੇਲਵੇਜ਼ ਤੇ, ਜਿਨ੍ਹਾਂ ਦੀਆਂ ਤਨਖਾਹਾਂ ਨੇ ਉਸ ਦੇ ਵਿੱਚ ਵਾਧਾ ਕੀਤਾ ਗਿਆ, 11% ਦੀ 11.67% ਦੀ ਤਨਖਾਹ ਦੇ ਵਿੱਚ ਵਾਧਾ। ਕੀ ਕਹਿਣਾ ਚਾਹੋਗੇ ਇਸ ਬਾਰੇ? ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਇਸ ਚੀਜ਼ ਨੂੰ ਲੈ ਕੇ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਜੀ। ਇਹਨਾਂ ਦਾ ਕੀ ਕਹਿਣਾ ਹੈ ਜੋ ਅੱਜ ਰੇਲ ਬਜਟ ਆਇਆ, ਆਓ ਗੱਲ ਕਰ ਲੈਂਦੇ ਹਾਂ। ਸਰ ਜੋ ਅੱਜ ਰੇਲ ਬਜਟ ਆਇਆ ਹੈਗਾ, ਇਹਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਮੈਨੂੰ ਜੋ ਵੇਖਣ 'ਚ ਲੱਗਿਆ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲ ਸੁਣ ਕੇ ਉਹਨਾਂ ਦੇ ਜਿਹੜੇ ਪ੍ਰਸਤਾਵ ਨੇ ਜਾਂ ਉਹਨਾਂ ਨੇ ਪਹਿਲੇ ਸਾਲ ਜੋ ਕਿਹਾ ਸੀ ਉਸ ਤੋਂ ਬਾਅਦ ਇਸ ਸਾਲ ਦੇ ਵਿੱਚ ਕੰਮ ਕਰੇ ਤੇ ਆਪਣਾ ਬਿਊਰਾ ਦਿੰਦੇ। ਬੇਸ਼ੱਕ ਉਹਨਾਂ ਨੇ ਨੈਕਸਟ ਲਗਾਤਾ, ਬੋਲੇ ਨਹੀਂ, ਪਰ ਜਿਹੜਾ ਕਿ ਅਸੀਂ ਵੇਖਦੇ ਹਾਂ ਕਿ ਕਿਹੜੇ ਕਿਹੜੇ ਪਿਛਲੀ ਵਾਰ ਵਾਅਦੇ ਸਨ, ਕਿੰਨੇ ਉਸ ਦੇ ਵਾਸਤੇ ਪ੍ਰਸਤਾਵ ਸੀਗੇ ਕਿ ਇੰਨਾ ਪੈਸਾ ਲੱਗੇਗਾ, ਉਹ ਸਹੂਲਤਾਂ, ਉਹ ਨਵੀਆਂ ਸੇਵਾਵਾਂ ਉਹ ਲੋਕਾਂ ਨੂੰ ਨਹੀਂ ਮਿਲੀਆਂ। ਇਸ ਤੋਂ ਕਿਸੇ ਤਰ੍ਹਾਂ ਦੀ ਹੁਣ ਨਵੀਂ ਆਸ ਨਹੀਂ ਵੱਧਦੀ ਕਿ ਇਹ
ਜਿਹੜਾ ਹੁਣ ਐਤਕੀ ਦੇ ਬਜਟ ਹੈ ਇਹਦੇ ਨਾਲ ਅਗਲੇ ਸਾਲ ਦੇ ਵਿੱਚ ਬਹੁਤ ਹੋ ਜਾਏਗਾ। 3 ਸਾਲਾਂ ਦਾ ਇਹਨਾਂ ਨੇ ਕੋਈ ਕਿਤੇ ਜ਼ਿਕਰ ਨਾ ਕਰਦੇ ਹੋਏ, ਕਿਉਂਕਿ ਅਗਲੇ ਸਾਲ ਨੂੰ 3 ਸਾਲ ਪੂਰੇ ਹੋ ਜਾਣਗੇ। ਇਕੱਠੇ ਆંકੜੇ ਤਾਂ ਇਹਨਾਂ ਨੇ ਦੇ ਦਿੱਤੇ ਕਿ ਇਲੈਕਟ੍ਰੀਫਿਕੇਸ਼ਨ ਦੇ ਵਿੱਚ ਅਸੀਂ 2200 ਕਰ ਦਿਆਂਗੇ, ਜਾਂ ਇਲੈਕਟ੍ਰੀਫਿਕੇਸ਼ਨ ਤਾਂ ਸ਼ਾਇਦ 2000 ਕਿਹਾ ਹੈ, ਨਿਊ ਟਰੈਕ 2800 ਕਿਹਾ ਹੈ ਕਿ ਅਸੀਂ ਇੰਨਾ 2800 ਕਿਲੋਮੀਟਰ ਨਵੇਂ ਟਰੈਕ ਬਣਾ ਦਿਆਂਗੇ। ਪਰ ਉਹ 3 ਸਾਲਾਂ ਦੇ ਹੋਣਗੇ, ਉਹ 1 ਸਾਲ ਦੇ ਵਿੱਚ ਨਹੀਂ। ਉੱਥੇ ਲੋਕਾਂ ਨੂੰ ਗਲਤਫਹਿਮੀ ਇਹ ਹੋ ਜਾਂਦੀ ਹੈ ਜਦੋਂ ਕਹਿੰਦੇ ਅਗਲੇ ਸਾਲ ਤੱਕ ਇੰਨਾ ਅਸੀਂ ਚਲਾ ਦਿਆਂਗੇ, ਉਹ 1 ਸਾਲ ਦਾ ਨਹੀਂ, ਉਹ 3 ਸਾਲਾਂ ਦਾ ਇਕੱਠੇ ਦਾ ਜ਼ਿਕਰ ਕਰੀ ਜਾ ਰਹੇ ਨੇ। ਕੁੱਲ ਮਿਲਾ ਕੇ ਰੇਲ ਮੰਤਰੀ ਸੁਰੇਸ਼ ਪ੍ਰਭੂ ਦੀ ਕੋਸ਼ਿਸ਼ ਰਹੀ ਹੈ ਕਿ ਆਮ ਆਦਮੀ ਦੀ ਰੇਲ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਮੁਹੱਈਆ ਕਰਵਾ ਸਕੇ, ਯਾਨੀ ਕਿ ਆਮ ਆਦਮੀ ਇਸ ਨੂੰ ਆਪਣੀ ਰੇਲ ਕਹਿ ਸਕੇ। ਰੇਲ ਦੇ ਕਿਰਾਏ ਦੇ ਵਿੱਚ, ਟ੍ਰੇਨਸ ਦੇ ਕਿਰਾਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਹੈ, ਜ਼ਿਆਦਾ ਬਦਲਾਵ ਨਹੀਂ ਕੀਤੇ ਗਏ ਨੇ, ਮਗਰ ਇੱਕ ਚੀਜ਼ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ। ਇਹ ਕਿਹਾ ਜਾਂਦਾ ਰਿਹਾ ਹੈ ਕਿ ਆਜ਼ਾਦੀ ਤੋਂ ਬਾਅਦ ਰੇਲਵੇ ਦਾ ਐਕਸਪੈਂਸ਼ਨ ਦੇਸ਼ ਦੇ ਵਿੱਚ ਜ਼ਿਆਦਾ ਨਹੀਂ ਹੋਇਆ, ਬਲਕਿ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜ਼ਿਆਦਾ ਐਕਸਪੈਂਸ਼ਨ ਹੋਇਆ ਹੈ। ਇਸ ਬਜਟ ਦੇ ਵਿੱਚ ਵੀ ਰੇਲਵੇ ਐਕਸਪੈਂਸ਼ਨ ਦੇ ਵੱਲ ਧਿਆਨ ਨਹੀਂ ਦਿੱਤਾ ਗਿਆ, यानी कि रेलवे एक्सपेंड नहीं करेगी, बल्कि जिन्ना रेलवे का अज तक विकास होया है, जिन्ना रेलवे ने एक्सपेंड किया है, उसी दे विच लोकां नूं वध तो वध सुविधावां मुहैया करवाईयां जाण, लोकां नूं वधिया तो वधिया इंफ्रास्ट्रक्चर मुहैया करवाया जावे। यानी कि रेलवे नूं आम आदमी दी रेल बनाउण दी पूरी कोशिश इस बजट दे विच कीती गई है। फिलहाल साडी इस खास पेशकश दे विच इन्ना ही। मैनूं गुरमीत सिंह चौधरी अते मेरे वीडियो जर्नलिस्ट कमल चौहान नूं दिओ इजाजत ते तुसीं वेखदे रहो PTC न्यूज़।